Saurabh decided to start a chocolate manufacturing business. He set the target of earning 10% on the sale in the first year. Target ਕਾਹਦੇ ਲਈ ਹੁੰਦਾ? ਫਿਊਚਰ ਦੇ ਲਈ। ਆ ਸ਼ਬਦ ਚੈੱਕ ਕਰੋ ਪਹਿਲਾਂ, ਇਹ ਕੀ ਆ? ਤੁਹਾਡਾ ਟਾਰਗੇਟ ਹੈ। ਟਾਰਗੇਟ ਤੋਂ ਕੀ ਟਾਰਗੇਟ ਹੋਵੇ, ਓਬਜੈਕਟਿਵ ਹੋਵੇ, ਏਮ ਹੋਵੇ, ਇਹ ਕੀ ਹੈ? ਸੈਟਿੰਗ ਓਬਜੈਕਟਿਵ। ਪਹਿਲਾ ਪੁਆਇੰਟ ਆ ਗਿਆ। As a good businessman, he was concerned about the future of the business, which was uncertain. Future ਕੀ ਹੈ? Uncertain ਹੈ, ਸਾਨੂੰ ਨਹੀਂ ਪਤਾ ਕਿਹੋ ਜਿਹਾ ਹੋਊਗਾ। He gathered the information that the demand for the chocolate is increasing day by day. Chocolate ਦੀ demand ਕੀ ਹੋ ਰਹੀ ਹੈ? ਵੱਧ ਰਹੀ ਹੈ। He used this information as the base for the future ਲਈ use ਕਰਾਂਗੇ planning and shared it with his team. On the basis of the gathered information, he scheduled the meeting in the following week to find innovative ways to objective. ਠੀਕ ਹੈ ਜੀ। ਹੁਣ ਕੀ ਕਹਿੰਦੇ? ਲਿਸਟ ਦਾ ਫਸਟ 2 ਸਟੈਪਸ। ਪਹਿਲੇ 2 ਸਟੈਪ ਦੱਸੋ which has been followed by Subhash that are related to the process of the function of the management. ਆਪਣੇ ਬਿਜ਼ਨਸ ਦੇ ਵਿੱਚ 3 ਪ੍ਰੋਸੈਸ ਨੇ: ਪਲੈਨਿੰਗ, ਕੰਟਰੋਲਿੰਗ ਅਤੇ ਇੱਕ ਹੈਗਾ ਆਪਣਾ ਸਟਾਫਿੰਗ ਵਾਲਾ। ਹੁਣ ਇਹ ਸਾਰਾ ਪੜ੍ਹ ਕੇ ਨਾ ਤਾਂ ਕੰਟਰੋਲ ਸੀਗਾ, ਕੋਈ ਬੰਦੇ ਦੀ ਗੱਲ ਨਹੀਂ ਹੋਈ। ਕਿਹੜਾ ਪ੍ਰੋਸੈਸ ਰਹਿ ਗਿਆ? ਪਲੈਨਿੰਗ ਦਾ। ਪਲੈਨਿੰਗ ਦੇ ਪਹਿਲੇ 2 ਸਟੈਪ ਦੱਸੋ ਕਿਹੜੇ ਕਿਹੜੇ ਨੇ? ਸੈਟਿੰਗ ਓਬਜੈਕਟਿਵ, ਡਿਵੈਲਪਿੰਗ ਪ੍ਰੋਮਿਸਿਸ। ਹੁਣ ਵੀਰੇ ਆਹ ਦੇਖੋ, ਪਹਿਲਾ ਪੁਆਇੰਟ, 2 ਪੁਆਇੰਟ ਕਵਰਡ। ਤੁਹਾਡਾ ਪਹਿਲਾ ਕੁਐਸਚਨ ਕੰਪਲੀਟ ਹੋ ਗਿਆ। ਅੱਗੇ ਦੇਖੋ, ਡ੍ਰੀਮ ਕੈਨ ਬੀ ਟਰਨਡ ਇਨਟੂ ਦ ਰਿਐਲਿਟੀ only when manager think in advance what to do, how to do. what to do ਤੇ how to do ਨੂੰ ਆਪਾਂ ਕਹਿੰਦੇ ਆ ਪਲੈਨਿੰਗ ਕਰਨਾ। what to do ਤੇ how to do। ਨੇਮ ਦਾ ਫੰਕਸ਼ਨ ਹੁੰਦੇ ਨੇ 5। ਕਿਹੜੇ ਕਿਹੜੇ? POSDC, ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ। ਇੰਡੀਕੇਟਡ ਬਾਈ ਦਾ ਸਟੇਟਮੈਂਟ, ਉਹ ਕਿਹੜਾ ਪ੍ਰੋਸੈਸ ਹੈ ਜਾਂ ਉਹ ਕਿਹੜਾ ਫੰਕਸ਼ਨ ਆਫ ਮੈਨੇਜਮੈਂਟ ਹੈ ਜਿਹੜਾ ਉਰੇ ਇੰਡੀਕੇਟ ਕੀਤਾ ਗਿਆ। ਠੀਕ ਹੈ। ਔਰ ਡਿਸਾਈਡ ਇਨ, ਹੋਰ ਇੱਕ ਤਰ੍ਹਾਂ ਕੁਐਸਚਨ ਕਿਵੇਂ ਆ ਸਕਦਾ ਇਹ? ਡਿਸਾਈਡ ਇਨ ਐਡਵਾਂਸ ਵਾਟ ਟੂ ਡੂ, ਹਾਊ ਟੂ ਡੂ ਇਜ਼ ਦਾ ਬੇਸਿਕ ਫੰਕਸ਼ਨ ਆਫ ਦਾ ਮੈਨੇਜਮੈਂਟ। ਮੀਨਿੰਗ ਦੱਸੋ ਉਹ ਫੰਕਸ਼ਨ ਦਾ। ਉਹ ਫੰਕਸ਼ਨ ਦਾ ਮੀਨਿੰਗ ਕੀ ਹੈ? ਪਲੈਨਿੰਗ ਦਾ ਮਤਲਬ ਕੀ ਹੁੰਦਾ? ਪਲੈਨਿੰਗ ਦਾ ਮਤਲਬ ਹੁੰਦਾ ਵੇਅਰ ਵੀ ਆਰ ਐਂਡ ਵੇਅਰ ਵੀ ਵਾਂਟ ਟੂ ਗੋ। ਇਟ ਐਕਟ ਐਜ਼ ਅ ਬ੍ਰਿਜ। ਮਤਲਬ ਕੀ ਆ? ਵਿਚਾਲੇ ਇੱਕ ਬ੍ਰਿਜ ਦਾ ਕੰਮ ਕਰਦਾ। ਲਓ ਜੀ, ਆਹ ਸੀਗਾ ਤੁਹਾਡਾ ਨੈਕਸਟ ਕੁਐਸਚਨ। To see whether plans are being implemented and activities are being performed according to the schedule. ਮਤਲਬ ਮੈਂ ਪਲਾਨ ਬਣਾ ਲਿਆ ਸੀਗਾ, ਸਿਲੈਕਟ ਵੀ ਕਰ ਲਿਆ, ਡਨ ਹੋ ਗਿਆ, ਹੁਣ ਮੈਨੂੰ ਅਪਲਾਈ ਕਰਤਾ। ਕਿਆ ਮੇਰਾ ਪਲਾਨ ਉਸ ਹਿਸਾਬ ਨਾਲ ਹੀ ਚੱਲ ਰਿਹਾ ਜਿਹੋ ਜਿਹਾ ਮੈਂ ਸੋਚਿਆ ਸੀ? ਉਹਨੂੰ ਕਹਿੰਦੇ ਫੋਲੋਅਪ। ਲਾਸਟ ਸਟੈਪ ਹੁੰਦਾ ਇਹ ਪਲੈਨਿੰਗ ਦਾ। ਠੀਕ ਹੈ। ਤਾਂ ਇਹਦਾ ਇਕੱਲਾ ਆਨਸਰ ਕੀ ਪੁੱਛਿਆ ਨੇ? ਫੋਲੋਅਪ। ਠੀਕ ਹੈ, ਆ ਜਾਓ ਜੀ ਅੱਗੇ। ਰਾਹੁਲ ਡਿਸਾਈਡਿਡ ਟੂ ਸਟਾਰਟ ਅ ਡੈਜ਼ਰਟ ਕੂਲਰ ਮੈਨੂਫੈਕਚਰਿੰਗ ਬਿਜ਼ਨਸ। ਸਭ ਤੋਂ ਪਹਿਲਾਂ ਐਂਡ ਵਾਲਾ ਕੁਐਸਚਨ, ਪਹਿਲਾਂ ਪੁਆਇੰਟ ਪੜ੍ਹ ਲਓ। ਆਈਡੈਂਟੀਫਾਈ ਦਾ ਫੰਕਸ਼ਨ। ਫੰਕਸ਼ਨ ਕਿੰਨੇ ਹੁੰਦੇ ਆ? 5। POSDC। ਹੀ ਸੈਟਸ ਦਾ ਟਾਰਗੇਟ ਟੂ ਅਰਨ 20%। ਟਾਰਗੇਟ ਮਤਲਬ ਜਦੋਂ ਵੀ ਤੁਹਾਨੂੰ ਟਾਰਗੇਟ ਲੱਭ ਗਿਆ, ਇਹਦਾ ਮਤਲਬ ਕੀ ਆ? ਸੈਟਿੰਗ ਓਬਜੈਕਟਿਵ। ਉਰੇ ਕੀ ਲਿਖ ਲੈਣਾ? On the sale in the first year, he was very much concerned about the future perspective of the business. Future ਬਾਰੇ ਕਾਫੀ ਜ਼ਿਆਦਾ ਟੈਨਸ਼ਨ 'ਚ ਸੀਗਾ। which were uncertain. For this, he gathered information from the potential market and analyzed that the demand for wall-mounted cooler is increasing day by day. ਕੋਈ wall-mounted cooler ਨੇ, wall 'ਤੇ ਲੱਗਣ ਵਾਲੇ, ਉਹਨਾਂ ਦੀ ਡਿਮਾਂਡ ਕੀ ਹੈ? ਦਿਨ ਬਾਏ ਦਿਨ ਵੱਧਦੀ ਜਾ ਰਹੀ ਹੈ। He used this information as the base for the future planning. ਇਹ future ਲਈ ਇਹਨੇ use ਕੀਤੀ। On the basis of the gathered information, he called a meeting in the following week to find out the ਨਵੇਂ ਮੈਥਡ ਲੱਭਣ ਦੇ। ਇਹਦਾ ਮਤਲਬ ਕਹਿ ਸਕਦਾ ਵੀ ਮੈਂ ਬਾਕੀਆਂ ਨੂੰ ਬੁਲਾਇਆ ਤਾਂ ਕਿ ਸਾਨੂੰ ਹੋਰ ਤਰ੍ਹਾਂ ਈਵੈਲੂਏਟ ਕਰ ਸਕਾਂ ਵੀ ਕਿਵੇਂ ਕਿਵੇਂ ਕੰਮ ਹੋ ਸਕਦਾ ਹੈ। ਈਵੈਲੂਏਟਿੰਗ ਅਲਟਰਨੇਟਿਵ ਕੋਰਸ ਆਫ ਐਕਸ਼ਨ, ਹੈ ਨਾ। ਠੀਕ ਹੈ ਜੀ। ਦੇਖੋ ਵੀਰੇ ਹੁਣ ਆਨਸਰ ਕੀ ਮੰਗ ਰਿਹਾ? ਆਈਡੈਂਟੀਫਾਈ ਦਾ ਫੰਕਸ਼ਨ। ਫੰਕਸ਼ਨ ਕਿਹੜਾ? ਪਲੈਨਿੰਗ। ਐਨੂਮਰੇਟ ਦਾ ਨੈਕਸਟ 2 steps which has been followed by Rahul that are in the process of that
ਰਿਲੇਟਡ ਟੂ ਦ ਪ੍ਰੋਸੈਸ ਆਫ ਵਨ ਆਫ ਦ ਫੰਕਸ਼ਨ ਆਫ ਦ ਮੈਨੇਜਮੈਂਟ। ਜਦ ਤੁਸੀਂ ਬਾਈ ਇੱਕ ਵਾਰ ਟਾਰਗੇਟ ਸੈੱਟ ਕਰ ਲਿਆ, ਠੀਕ ਹੈ, ਹੁਣ ਅੱਗੇ ਕਿਹੜੇ ਕਿਹੜੇ ਸਟੈਪ ਹੋਰ ਨੇ ਅਗਲੇ, ਔਰ ਇੱਕ ਹੋਰ ਪੁਆਇੰਟ ਆਉਣਾ ਚਾਹੀਦਾ, ਡਿਵੈਲਪਿੰਗ ਪ੍ਰੀਮਾਈਸਿਸ, ਫਿਰ ਆਈਡੈਂਟੀਫਾਈ ਅਲਟਰਨੇਟਿਵ ਕੋਰਸ ਆਫ ਐਕਸ਼ਨ, ਫਿਰ ਕੀ ਆਉਂਦਾ ਇਵੈਲੂਏਟਿੰਗ। ਠੀਕ ਹੈ, ਕੋਈ ਦਿੱਕਤ? ਜੇ ਤੁਹਾਨੂੰ ਉੱਥੇ ਲੱਗਿਆ ਵੀ ਮੈਨੂੰ ਵੀਰੇ ਸਟੈਪ ਨਹੀਂ ਪਤਾ ਲੱਗ ਰਹੇ, ਸਾਰੇ ਲਿਖ ਦਿਓ। ਸਟੈਪ ਮਾਰਕਿੰਗ ਹੈ, ਚੈੱਕ ਤਾਂ ਕਰਨਾ ਹੀ ਪੈਣਾ, ਕੁਛ ਤਾਂ ਦੇਣਗੇ, ਛੱਡਣ ਦੀ ਬਜਾਏ ਸਭ ਲਿਖ ਦਿਓ। ਠੀਕ ਹੈ, ਛੱਡਿਓ ਨਾ ਕੁਛ ਉੱਥੇ। ਠੀਕ ਹੈ, ਲਓ ਜੀ ਅੱਗੇ ਦੇਖੋ, ਪਹਿਲਾਂ ਦੇਖ ਲਈਏ ਇਹ ਤੁਹਾਡੇ ਟੌਪਿਕ ਦਾ ਪਾਰਟ ਹੈ ਕਿ ਨਹੀਂ। ਇਹ ਨਹੀਂ ਕਰਨਾ ਹੈ ਤੁਸੀਂ। ਥੱਲੇ ਕੀ ਹੈ, ਦ ਟੌਪ ਮੈਨੇਜਮੈਂਟ ਐਨਸ਼ੋਰ ਦੈਟ ਦ ਐਕਸਪੈਂਸਿਸ ਇਨਕਰਡ ਇਨ ਦ ਫਾਰਮੇਸ਼ਨ ਦ ਪਲਾਨ ਜਸਟੀਫਾਈ ਦ ਬੈਨੀਫਿਟਸ ਡਿਰਾਈਵ ਫਰੋਮ ਦੈਮ, ਸਟੇਟ ਟੂ ਲਿਮਿਟੇਸ਼ਨ ਐਂਡ ਟੂ ਫੀਚਰ ਆਫ ਪਲਾਨਿੰਗ ਡਿਸਕਸ ਅਬਵ। ਉੱਪਰ ਲਿਖੇ ਹੋਏ 2 ਲਿਮਿਟੇਸ਼ਨ, ਨੁਕਸਾਨ, 2 ਫੀਚਰਸ ਐਕਸਪਲੇਨ ਕਰੋ। ਲੈ ਮੇਰੇ ਮੈਨੂੰ ਯਾਦ ਨਹੀਂ ਹੈਗੇ ਇਹ। ਮੈਗਾ ਲਿਮਿਟਿਡ ਹੋਲਡ ਐਨ ਐਨੂਅਲ management program every year in the month of March in which the top managerial formulate plan for the next year। next year ਦੇ ਲਈ ਕੀ ਹੈ formulate, next year ਜਦੋਂ ਵੀ ਆਊਗਾ ਤੁਹਾਨੂੰ ਕੀ ਹੈ ਪਲੈਨਿੰਗ ਹੋਣ ਲੱਗੀ ਹੈ। ਠੀਕ ਹੈ ਜੀ, by analyzing and predicting the future। ਆ ਕੀ ਹੋ ਰਿਹਾ, ਐਨਾਲਾਈਜ਼ ਕਰਦੇ ਪਏ ਆ, as they are responsible for providing the directions to the organization। ਡਾਇਰੈਕਸ਼ਨ ਕੌਣ ਦਿੰਦਾ ਹੁੰਦਾ, ਟੌਪ, ਮਿਡਲ, ਓਪਰੇਸ਼ਨਲ, ਤਿੰਨਾਂ ਚੋਂ ਕਿਹੜਾ ਟੌਪ। ਵੈਰੀ ਗੁੱਡ ਜੀ। facts are thoroughly checked using the scientific calculation। detailed plans are prepared after discussion with the professional experts। ठीक है जी। preliminary investigations are also undertaken। मतलब ਉੱਪਰੋਂ ਇੱਕ ਵਾਰ ਦੇਖਿਆ ਵੀ ਜਾ ਰਿਹਾ, ਪ੍ਰੀਲਿਮਿਨਰੀ ਉੱਪਰੋਂ ਦੇਖਣਾ। preliminary investigations are also undertaken to find out the viability। viability ਕੀ ਹੁੰਦਾ, ਕਿਆ ਇਹ ਪਲਾਨ ਲੱਗ ਸਕਦਾ ਕਿ ਨਹੀਂ ਲੱਗ ਸਕਦਾ। ਜਿਵੇਂ ਟਾਈਮ ਮਸ਼ੀਨ ਬਣਾਉਣਾ ਇੱਕ ਹਜੇ ਡਰੀਮ ਹੈ, ਉਹ ਹਜੇ ਫੁੱਲਫਿਲ ਨਹੀਂ ਹੋ ਸਕਦਾ, ਬਟ ਟਰੱਕ ਬਣਾਉਣਾ, ਗੱਡੀ ਨਵੀਂ ਤਿਆਰ ਕਰਨੀ, ਇਹ ਕੀ ਵਾਇਬਲ ਆ, ਹੋ ਸਕਦਾ। ਅਨਵਾਇਬਲ ਮਤਲਬ ਨਹੀਂ ਹੋ ਸਕਦਾ, ਵਾਇਬਲ ਹੋ ਸਕਦਾ। ਸਿੰਸ ਇਟ ਇਜ਼ ਐਨ ਇੰਟਲੈਕਚੁਅਲ ਐਕਟੀਵਿਟੀ, ਦਿਮਾਗੀ ਕੰਮ ਹੈ, ਰਿਕੁਆਇਰਡ ਇੰਟੈਲੀਜੈਂਸ, ਇਮੈਜੀਨੇਸ਼ਨ ਐਂਡ ਸਾਊਂਡ ਜਜਮੈਂਟ, ਮੇਨਲੀ ਡਨ ਬਾਈ ਦਾ ਮੈਨੇਜਮੈਂਟ। ਹੁਣ ਤੁਹਾਨੂੰ ਕੀ ਕਹਿਣਾ ਚਾਹ ਰਿਹਾ ਵੀ ਬਾਈ ਇਹ ਇੰਟਲੈਕਚੁਅਲ ਕੰਮ ਹੈ। ਠੀਕ ਹੈ ਜੀ, ਇੰਟਲੈਕਚੁਅਲ ਤੋਂ ਤੁਹਾਨੂੰ ਕੀ ਪਤਾ ਲੱਗਦਾ ਪਿਆ, ਕੀ ਹੈ ਮੈਂਟਲ ਐਕਸਰਸਾਈਜ਼। ਅਤੇ ਜਿਹੜਾ ਆ ਫਸਟ ਪੁਆਇੰਟ ਉੱਪਰ ਲਿਖਿਆ ਹੋਇਆ ਸੀਗਾ, ਮੈਂ ਉਹਦੇ ਮਾਰਕ ਕਰ ਦਿੰਦਾ, ਆ ਰਿਹਾ ਇੰਟਲੈਕਚੁਅਲ ਐਕਟਿਵ ਇਮੈਜੀਨੇਸ਼ਨ। ਠੀਕ ਹੈ, ਇਹਦੇ ਨਾਲ ਕੀ ਆਉਂਦਾ, ਮੈਂਟਲ ਐਕਸਰਸਾਈਜ਼, ਦਿਮਾਗੀ ਕੰਮ ਹੈ। ਨੈਕਸਟ ਈਅਰ ਦਾ ਮਤਲਬ ਕੀ ਹੈ, ਇਹ ਫਿਊਚਰ ਦੇ ਲਈ ਆ। ਠੀਕ ਹੈ, ਆ ਜਾਓਗੇ। ਯੂਜੂਅਲੀ ਰੈਸਟ ਆਫ ਦਾ ਮੈਂਬਰਸ ਆਰ ਬੀਨ ਇੰਪਲੀਮੈਂਟਿੰਗ ਦਾ ਪਲਾਨ। ਬਾਕੀ ਸਾਰੇ ਮੈਂਬਰਾਂ ਨੂੰ ਸਿਰਫ ਇਹ ਬਣਾਊਗਾ ਕੌਣ, ਟੌਪ ਮੈਨੇਜਮੈਂਟ। ਇੰਪਲੀਮੈਂਟ ਕੌਣ ਕਰੂਗਾ, ਮਿਡਲ ਅਤੇ ਓਪਰੇਸ਼ਨਲ। ਇਹਦਾ ਮਤਲਬ ਮਿਡਲ ਅਤੇ ਓਪਰੇਸ਼ਨਲ ਨੂੰ ਕੋਈ ਕੰਮ ਹੀ ਨਹੀਂ ਹੈਗਾ, ਤਾਂ ਜਿਹੜੇ ਉਹਨਾਂ ਦੇ ਅੰਦਰ ਕ੍ਰੀਏਟੀਵਿਟੀ ਆ ਉਹ ਤਾਂ ਜ਼ੀਰੋ ਹੀ ਰਹੇਗੀ, ਉਹ ਤਾਂ ਯੂਜ਼ ਹੀ ਨਹੀਂ ਹੋ ਪਾਈ। ਠੀਕ ਹੈ, ਤਾਂ ਇਹ ਕੀ ਡਿਸਐਡਵਾਂਟੇਜ, ਇਹ ਕੀ ਹੈ, ਰਿਡਿਊਸ ਕ੍ਰੀਏਟੀਵਿਟੀ। ਅਤੇ ਬਈ ਜਿਹੋ ਜਿਹਾ ਬਣ ਕੇ ਆ ਗਿਆ ਉਹ ਜਿਹਾ ਅਪਲਾਈ ਕਰਨਾ, ਤੁਸੀਂ ਹਿਲਾ ਵੀ ਨਹੀਂ ਸਕਦੇ, ਤਾਂ ਉਹ ਕੀ ਹੈ, ਰਿਜਿਡਿਟੀ। ਹੈ ਨਾ, ਓਕੇ। ਅੱਗੇ ਕਿੱਥੇ ਗਿਆ, middle level managers are neither allowed to deviate from the plan nor they permitted to take any action on its own। the top management ensure that the expenses incurred in formulating plan justify the benefit। ਮਤਲਬ ਜਿਹੜੇ ਖਰਚੇ ਮੇਰੇ ਹੋਏ ਨੇ ਉਹ ਤੋਂ ਮੈਨੂੰ ਉਨਾ ਫਾਇਦਾ ਹੋ ਵੀ ਰਿਹਾ ਕਿ ਨਹੀਂ, ਇਹ ਵੀ ਤਾਂ ਦੇਖਣਾ। ਹੁਣ ਸਿਰਫ ਮੇਰੇ ਖਰਚੇ ਵੱਧ ਹੋ ਜਾਣ, ਇਹਦਾ ਕਿਹਦਾ ਡਿਸਐਡਵਾਂਟੇਜ, ਮਤਲਬ ਇਟ ਇਨਵੋਲਵ ਹਿਊਜ ਕੋਸਟ। ਤਾਂ ਹੋਰ ਕੀ ਆ ਗਿਆ, ਇਨਵੋਲਵ ਹਿਊਜ ਕੋਸਟ। ਦੇਖੋ ਔਰ ਇੱਕ ਹੋਰ ਲਿਖਿਆ ਹੋਇਆ, ਇਹ ਮੈਨੂੰ ਲੱਭਿਆ ਨਹੀਂ ਹੈਗਾ ਕਿਤੇ ਪੁਆਇੰਟ। ਠੀਕ ਹੈ, ਵੀ ਇਹ ਕੰਟੀਨਿਊਸਲੀ ਚੱਲਦਾ ਰਹਿਣਾ, ਆ ਰਿਹਾ ਐਵਰੀ ਈਅਰ, ਆ ਰਿਹਾ ਐਵਰੀ ਈਅਰ। ਐਵਰੀ ਈਅਰ ਦਾ ਮਤਲਬ ਕੀ ਹੈ, ਕੰਟੀਨਿਊਸਲੀ ਚੱਲਦਾ ਰਹਿੰਦਾ। ਹਾਂ, ਹੁਣ ਆ ਦੇਖੋ ਵੀਰੇ, ਆ ਗਿਆ ਤੀਜਾ ਪੁਆਇੰਟ, ਆ ਸੀਗਾ ਦੂਸਰਾ ਪੁਆਇੰਟ, ਆ ਸੀਗਾ ਪਹਿਲਾ ਪੁਆਇੰਟ, ਇਹ ਸੀਗੇ ਫੀਚਰ ਦੀ। ਰਿਜਿਡਿਟੀ, ਡੈਵੀਏਟ ਤੋਂ ਪਤਾ ਲੱਗਦਾ ਪਹਿਲਾ ਪੁਆਇੰਟ। ਕੋਸਟ ਪਤਾ ਲੱਗਦਾ ਪਿਆ ਦੂਜਾ ਪੁਆਇੰਟ। ਕ੍ਰੀਏਟੀਵਿਟੀ ਵਾਲਾ ਕਿੱਥੇ ਇੰਪਲੀਮੈਂਟ ਕਰਨਾ ਇਕੱਲਾ ਪਲਾਨ, ਇੱਥੋਂ ਪਤਾ ਲੱਗਦੇ ਮੈਨੂੰ ਪੁਆਇੰਟ। ਕੋਈ ਦਿੱਕਤ ਜੀ ਤੁਹਾਨੂੰ, ਚੱਲੀਏ ਅਗਲੇ ਕੁਐਸਚਨ 'ਤੇ ਜੀ। ਆ ਨਹੀਂ ਹੈ ਤੁਸੀਂ ਕਰਨਾ ਹੈਗਾ, ਬਜਟ ਵਾਲਾ ਵੀ ਨਹੀਂ ਕਰਨਾ, ਤੁਸੀਂ ਪਹਿਲਾਂ ਇਕੱਲੇ ਇੰਨੇ ਹੀ ਕੁਛ